ਗੁਰੂ ਖਾਲਸਾ ਜੀਓ, ਗੁਰੂ ਇਤਿਹਾਸ ਪੜ੍ਹਨ ਲਈ ਨਹੀਂ ਸਗੋਂ ਮਹਿਸੂਸ ਤੇ ਅਨੁਭਵ ਕਰਨ ਲਈ ਹੈ। ਕਿਉਂ ਜੋ ਗੁਰੂ ਘਰ ਦੀਆਂ ਸਾਰੀਆਂ ਕੁਰਬਾਨੀਆਂ ਸੋਹਣੇ ਸਮਾਜ ਦੀ ਸਿਰਜਣਾ ਲਈ ਸਨ, ਕਿਸੇ ਸਵਾਰਥ ਲਈ ਨਹੀਂ। ਪੰਜਾਬ ਜ਼ਿੰਦਾ ਗੁਰਾਂ ਦੇ ਨਾਂ ਤੇ ਇੱਥੋਂ ਦਾ ਜੰਮਿਆ ਜੇ ਗੁਰੂ ਘਰ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਸਿੰਘਾਂ ਦੀਆਂ ਸੋਹਣੇ ਸਮਾਜ ਦੀ ਸਿਰਜਣਾ ਹਿੱਤ ਕੀਤੀਆਂ ਕੁਰਬਾਨੀਆਂ ਨੂੰ ਅਨੁਭਵ ਜਾਂ ਮਹਿਸੂਸ ਨਹੀਂ ਕਰਦਾ ਤਾਂ ਸ਼ਾਇਦ ਉਸ ਦਾ ਜੀਣਾ ਬਿਅਰਥ ਹੈ। ਆਓ ਇਸ ਡਾਕੂਮੈਂਟਰੀ ਨੂੰ ਵੇਖ ਕੇ ਸੁਣ ਕੇ ਮਹਿਸੂਸ ਕਰੀਏ ਕਿ ਕਿੰਨਾ ਦਰਦ ਹੁੰਦਾ ਹੈ ਆਪਣਿਆਂ ਨੂੰ ਖੋਣ 'ਤੇ। ਦੂਜੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਜਦੋਂ ਖਬਰਾਂ ਮਿਲੀਆਂ ਕਿ ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਦੀ ਨੇੜਤਾ ਵੱਧਦੀ ਜਾ ਰਹੀ ਹੈ ਤਾਂ ਉਸ ਨੂੰ ਆਪਣੇ ਭੈੜੇ ਅੰਤ ਦੇ ਸੁਪਨੇ ਆਉਣ ਲੱਗੇ। ਉਹ ਬਹੁਤ ਡਰ ਗਿਆ। ਉਸਨੇ ਆਪਣੇ ਖਾਸ ਬੰਦਿਆਂ ਨੂੰ ਵੱਖਰੇ ਵੱਖਰੇ ਦਲ ਬਣਾ ਕੇ ਗੁਰੂ ਨੂੰ ਖਤਮ ਕਰਨ ਲਈ ਭੇਜਣਾ ਸ਼ੁਰੂ ਕੀਤਾ। ਗੁਰੂ ਜੀ ਦੇ ਦੱਖਣ ਜਾਣ ਕਾਰਨ ਪੰਜਾਬ ਦੀ ਸੰਗਤ ਬਹੁਤ ਉਦਾਸ ਸੀ। ਦਿਨ ਰਾਤ ਚਮਕੌਰ ਦੀ ਕੜੀ ਤੇ ਸਰਹੰਦ ਦੀਆਂ ਨੀਹਾਂ ਦਾ ਦ੍ਰਿਸ਼ ਉਹਨਾਂ ਦੀਆਂ ਅੱਖਾਂ ਵਿੱਚ ਅਟਕਦਾ ਰਹਿੰਦਾ। ਵਜ਼ੀਰ ਖਾਂ ਤੋਂ ਬਦਲਾ ਲੈਣ ਲਈ ਖੂਨ ਉਬਾਲੇ ਲੈਂਦਾ। ਗੁਰੂ ਜੀ ਨੂੰ ਸੁਨੇਹੇ ਭੇਜੇ ਗਏ ਕਿ ਉਹ ਛੇਤੀ ਪੰਜਾਬ ਆ ਜਾਣ ਤਾਂ ਜੋ ਉਹਨਾਂ ਦੀ ਰਹਿਨੁਮਾਈ ਹੇਠ ਵਜ਼ੀਰ ਖਾਂ ਤੋਂ ਬਦਲਾ ਲਿਆ ਜਾ ਸਕੇ। ਉੱਧਰ ਗੁਰੂ ਸਾਹਿਬ ਪੰਜਾਬ ਦੀ ਸੰਗਤ ਨੂੰ ਹਮੇਸ਼ਾ ਸੁਨੇਹਾ ਭੇਜਦੇ ਕਿ ਉਹ ਜਲਦ ਹੀ ਆਪ ਆਉਣਗੇ ਜਾਂ ਆਪਣੇ ਕਿਸੇ ਬਹਾਦਰ ਸਿੱਖ ਨੂੰ ਭੇਜਣਗੇ। ਗੋਦਾਵਰੀ ਨਦੀ ਦੇ ਕੰਢੇ ਮਾਧੋ ਦਾਸ ਬੈਰਾਗੀ ਨਾਲ ਮੁਲਾਕਾਤ ਹੋਈ। ਇਹ ਮੁਲਾਕਾਤ ਕੋਈ ਅਚਾਨਕ ਨਹੀਂ ਸੀ। ਅਕਾਲ ਪੁਰਖ ਗੁਰੂ ਸਾਹਿਬ ਦੇ ਸਿਰ ਤੇ ਸਨ। ਗੁਰੂ ਸਾਹਿਬ ਨੇ ਮਾਧੋ ਦਾਸ ਬੈਰਾਗੀ ਨਾਂ ਦੇ ਬੰਦੇ ਵਿੱਚ ਬੰਦਾ ਪਾਇਆ। ਗੁਰੂ ਜੋਤ ਦਾ ਝਲਕਾਰਾ ਦਿੱਤਾ ਤੇ 5 ਸਿੰਘਾਂ ਸਮੇਤ ਪੰਜਾਬ ਵੱਲ ਤੋਰਿਆ। ਬੰਦੇ ਨੇ ਪੰਜਾਬ ਪਹੁੰਚ ਕੇ ਸਡੌਰਾ ਜਿੱਤਿਆ ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਵਜ਼ੀਰ ਖਾਂ ਤੇ ਸੁੱਚੇ ਨੰਦ ਵਰਗਿਆਂ ਦਾ ਖਾਤਮਾ ਕੀਤਾ ਤੇ ਸਿੱਖ ਸੰਗਤ ਨੂੰ ਖੁਆਇਸ਼ ਮੁਤਾਬਕ ਬਲਦਾਂ ਪਿੱਛੇ ਬੰਨ੍ਹ ਕੇ ਸਰਹੰਦ ਦੀਆਂ ਗਲੀਆਂ ਵਿੱਚ ਘੜੀਸਿਆ। 1718 ਵਿੱਚ ਬਾਦਸ਼ਾਹ ਫਰਖਸੀਅਰ ਦੀਆਂ ਫੌਜਾਂ ਨੇ ਬੰਦੇ ਨੂੰ ਘੇਰਾ ਪਾ ਕੇ ਕੈਦ ਕਰ ਲਿਆ। ਬਹੁਤ ਤਸੀਹੇ ਦਿੱਤੇ ਅਤੇ ਉਸ ਦੇ 4 ਸਾਲ ਦੇ ਬੱਚੇ ਅਜੇ ਸਿੰਘ ਨੂੰ ਕਤਲ ਕਰਕੇ ਉਸ ਦੇ ਸਰੀਰ ਵਿੱਚੋਂ ਉਸ ਦਾ ਤੜਫਦਾ ਦਿਲ ਕੱਢ ਕੇ ਬੰਦੇ ਦੇ ਮੂੰਹ ਵਿੱਚ ਤੁੰਨਿਆ ਗਿਆ। ਇਸ ਤਰ੍ਹਾਂ ਗੁਰੂ ਦਾ ਬੰਦਾ ਅਕਾਲ ਪੁਰਖ ਦਾ ਬੰਦਾ ਬਣ ਕੇ ਸੱਚ ਦੇ ਸਦੀਵੀ ਘਰ ਪਹੁੰਚਿਆ। ਭਲਿਓ ਪੁਰਖੋ, ਬਾਦਸ਼ਾਹ ਅਕਬਰ ਦੇ ਸਮੇਂ ਮਾਲੀ ਵਿਵਸਥਾ ਤਾਂ ਬਣੀ, ਪਰੰਤੂ ਜ਼ਮੀਨ ਵਾਹੁਣ ਵਾਲਿਆਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਨਹੀਂ ਮਿਲੇ ਸਨ।
ਇਹ ਬੰਦਾ ਸਿੰਘ ਬਹਾਦਰ ਨੇ ਦਿੱਤੇ। ਇਹਨਾਂ ਹੱਕਾਂ ਤੇ ਗੁਰੂ ਦੀ ਮੋਹਰ ਲਗਾਈ। ਉਸ ਨੇ ਸਡੌਰੇ ਦੇ ਹਾਕਮਾਂ ਵਜ਼ੀਰ ਖਾਨ ਵਰਗਿਆਂ ਗੁਰੂ ਦੇ ਬੱਚਿਆਂ ਤੇ ਗੁਰੂ ਪ੍ਰੇਮੀਆਂ ਦੇ ਕਾਤਲਾਂ ਨੂੰ ਉਵੇਂ ਹੀ ਸਜ਼ਾਵਾਂ ਦਿੱਤੀਆਂ ਜਿਵੇਂ ਆਪਾਂ ਚਾਹੁੰਦੇ ਸਾਂ। ਉਸ ਨੇ ਮੁਗਲਾਂ ਦਾ ਅਜਿੱਤ ਹੋਣ ਦਾ ਹੰਕਾਰ ਤੋੜਿਆ। ਪਰੰਤੂ ਬੰਦਾ ਸਿੰਘ ਬਹਾਦਰ ਦੀ ਕੀਤੀ ਕੁਰਬਾਨੀ ਸਾਡੀ ਉਸ ਪ੍ਰਤੀ ਵਿਰੋਧਾਭਾਸ ਦੀ ਵਿਚਾਰਾਂ ਨੇ ਉਸ ਮੁਕਾਮ ਤੱਕ ਨਹੀਂ ਜਾਣ ਦਿੱਤੀ ਜਿਸ ਦਾ ਉਹ ਹੱਕਦਾਰ ਸੀ। ਇੱਥੇ ਵੀ ਅਸੀਂ ਕਸੂਰਵਾਰ ਹਾਂ। ਆਓ ਰਲ ਕੇ ਗੁਰੂ ਕੋਲੋਂ ਮੰਗੀਏ ਮੁਆਫੀਆਂ ਕਿ ਤੇਰੇ ਭੇਜੇ ਬੰਦੇ ਦਾ ਅਸੀਂ ਸਤਿਕਾਰ ਨਹੀਂ ਕੀਤਾ, ਤੇ ਇਹ ਵੀ ਮੰਗੀਏ ਗੁਰੂ ਕੋਲੋਂ ਕਿ ਸਾਨੂੰ ਬੰਦਾ ਸਿੰਘ ਬਹਾਦਰ ਦਾ ਯੋਗ ਸਤਿਕਾਰ ਕਰਨ ਦਾ ਫਲ ਆ ਜਾਵੇ। ਦਾਦਾ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਅਦ੍ਰਿਸ਼ਟ ਹੋਣ ਦੀ ਸਾਖੀ ਵੀ ਸੁਣਾਓ ਜੀ। ਪੁੱਤਰਾ, ਸਾਹਿਬੇ ਕਮਾਲ ਦਾ ਅਦ੍ਰਿਸ਼ਟ ਹੋਣਾ ਵੀ ਕਮਾਲ ਦਾ ਸੀ। 6 ਅਕਤੂਬਰ ਸੰਨ 1708 ਦੀ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜੀਵਨ ਦਾ ਆਖਰੀ ਰਹਿਰਾਸ ਸਾਹਿਬ ਦਾ ਪਾਠ ਕੀਤਾ। ਚਿੱਖਾ ਤਿਆਰ ਕਰਵਾਈ, ਉਸ ਦੇ ਆਲੇ ਦੁਆਲੇ ਕਨਾਤਾਂ ਲਗਵਾਈਆਂ। ਹਾਜ਼ਰ ਸਿੱਖਾਂ ਦੀਆਂ ਅੱਖਾਂ ਦਰਿਆ ਬਣ ਕੇ ਵਹਿਣ ਲੱਗੀਆਂ। ਗੁਰੂ ਧਰਵਾਸ ਦਿੰਦਾ, ਕਿਉਂ ਰੋਂਦੇ ਹੋ? ਤੁਸੀਂ ਸਾਰੇ ਮੇਰੇ ਬੱਚੇ ਹੋ। ਮੈਂ ਦੂਰ ਨਹੀਂ ਜਾ ਰਿਹਾ, ਤੁਹਾਡੇ ਵਿੱਚ ਹੀ ਹਾਂ। ਅਕਾਲ ਪੁਰਖ ਦੇ ਲੜ ਲਾਇਆ ਹੈ ਤੁਹਾਨੂੰ। ਇਸੇ ਕਰਕੇ ਤੁਸੀਂ ਹੁਣ ਉਸ ਵਾਹਿਗੁਰੂ ਦੇ ਹੋ। ਉਹ ਵਾਹਿਗੁਰੂ ਤੁਹਾਨੂੰ ਕਦੇ ਨਮੋਸ਼ੀ ਵਿੱਚ ਨਹੀਂ ਜਾਣ ਦੇਵੇਗਾ। ਗੁਰੂ ਸਾਹਿਬ ਬਿਸਤਰ ਤੇ ਲੇਟ ਗਏ। ਚੰਦ ਦੀਆਂ ਦੁੱਧਮਈ ਕਿਰਨਾਂ ਵਿੱਚ ਮਹਾਰਾਜ ਦਾ ਚਿਹਰਾ ਹਾਜ਼ਰ ਸਿੱਖਾਂ ਦੇ ਮਨ ਠਾਰ ਰਿਹਾ ਸੀ। ਗੋਦਾਵਰੀ ਵੱਲ ਆਉਂਦੀ ਠੰਡੀ ਠੰਡੀ ਹਵਾ ਉਸ ਚੁੱਪ ਵਿੱਚ ਪਤਾ ਨਹੀਂ ਕਿਹੜੇ ਸ਼ਬਦ ਦਾ ਗੁਣਗਾਨ ਕਰ ਰਹੀ ਸੀ। ਗੁਰੂ ਸਾਹਿਬ ਨੇ ਅੱਖਾਂ ਬੰਦ ਕਰ ਲਈਆਂ। ਸ਼ਾਇਦ ਨੀਂਦ ਆ ਗਈ ਸੀ। ਦੁਆਲੇ ਬੈਠੀ ਸਿੱਖ ਸੰਗਤ ਵਾਹਿਗੁਰੂ ਜਾਪ ਕਰਦੀ ਰਹੀ। ਤੀਜੇ ਪੈਰ ਗੁਰੂ ਜੀ ਜਾ ਕੇ ਇਸ਼ਨਾਨ ਕੀਤਾ, ਸੁੰਦਰ ਬਸਤਰ ਪਹਿਨੇ, ਦਸਤਾਰ ਸਜਾਈ ਤੇ ਕਲਗੀ ਵੀ ਸਜਾਈ। 2 ਤੇਗਾਂ ਪਹਿਨੀਆਂ। ਗੁਰੂ ਖਾਲਸਾ ਜੀ 2 ਚਿੱਟੇ ਬਾਜ਼ ਜੋ ਗੁਰੂ ਸਾਹਿਬ ਦੀ ਸੇਵਾ ਵਿੱਚ ਕਿੰਨੇ ਚਿਰ ਤੋਂ ਸਨ, ਇਸੇ ਸ਼ਾਮ ਵੇਲੇ ਦੀ ਰਹਿਰਾਸ ਕਰਨ ਉਪਰੰਤ ਉਹਨਾਂ ਦਾ ਸਿਰ ਚੁੰਮਦੇ ਹੋਏ ਉਹਨਾਂ ਨੂੰ ਨੀਲੇ ਆਕਾਸ਼ ਵਿੱਚ ਦਿਸ ਹੱਦੇ ਤੋਂ ਪਾਰ ਪਹਿਲਾਂ ਹੀ ਪਤਾ ਨਹੀਂ ਕਿਹੜੀ ਮੰਜ਼ਲ ਵੱਲ ਅੱਗੇ ਤੋਰ ਦਿੱਤਾ ਸੀ। ਇੰਜ ਪੂਰੇ ਤਿਆਰ ਹੋ ਕੇ ਸਫੈਦ ਘੋੜੇ ਤੇ ਸਵਾਰ ਲੱਗੀ ਕਨਾਤ ਦੇ ਓਲੇ ਵੱਲ ਨੂੰ ਤੁਰ ਪਏ। ਫਿਰ ਰੁਕੇ। ਉੱਥੇ ਹਾਜ਼ਰ ਸਿੰਘਾਂ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ, ਪਿਆਰੇ ਖਾਲਸਾ ਜੀ, ਅਕਾਲ ਪੁਰਖ ਦਾ ਹੁਕਮ ਆ ਗਿਆ ਹੈ। ਅਸੀਂ ਜਾਣਾ ਹੈ। ਤੁਹਾਡੀ ਆਤਮਾ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਕਰ ਦਿੱਤਾ ਹੈ। ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੁਹਾਡੇ ਸਦੀਵੀ ਗੁਰੂ ਹੋਣਗੇ। ਸਾਡੇ ਜਾਣ ਪਿੱਛੋਂ ਕਿਸੇ ਨੇ ਅਥਰੂ ਨਹੀਂ ਕੇਰਨੇ। ਤੁਸੀਂ ਮੇਰੇ ਬੱਚੇ ਹੋ ਤੇ ਮੈਂ ਆਪਣੇ ਬੱਚਿਆਂ ਨੂੰ ਕਦੇ ਨਹੀਂ ਭੁੱਲਾਂਗਾ। ਲੱਖਾਂ ਹਜ਼ਾਰਾਂ ਸਾਲ ਬੀਤਣ 'ਤੇ ਵੀ ਜਦੋਂ ਵੀ ਤੁਸੀਂ ਸੱਚੇ ਦਿਲ ਨਾਲ ਮੈਨੂੰ ਯਾਦ ਕਰੋਗੇ, ਮੈਂ ਹਾਜ਼ਰ ਹੋਵਾਂਗਾ। ਗਲਤੀਆਂ ਹੋਣ 'ਤੇ ਜੇਕਰ ਤੁਸੀਂ ਮਹਾਂ ਸਿੰਘ ਵਾਂਗ ਪਛਤਾਓਗੇ, ਮੈਂ ਤੁਹਾਡੀਆਂ ਲੱਖ ਗਲਤੀਆਂ ਨੂੰ ਇੱਕ ਪਲ ਵਿੱਚ ਮਾਫ਼ ਕਰ ਦੇਵਾਂਗਾ। ਪਰ ਯਾਦ ਰੱਖਣਾ, ਮੇਰਾ ਖਾਲਸਾ ਮੈਨੂੰ ਸੱਚੇ ਦਿਲ ਨਾਲ ਤਾਂ ਹੀ ਯਾਦ ਕਰ ਸਕੇਗਾ ਜਦੋਂ ਉਹ ਬੇਪਰਵਾਦ ਦੀ ਰੀਤ ਵਿੱਚ ਨਹੀਂ ਜਾਏਗਾ, ਜਦੋਂ ਉਹ ਪੱਥਰ, ਧਾਤਾਂ ਅਤੇ ਕਾਗਜ਼ ਦੀਆਂ ਬਣੀਆਂ ਬੇਜਾਨ ਮੂਰਤਾਂ ਅੱਗੇ ਨਹੀਂ ਝੁਕੇਗਾ, ਕੱਚੇ ਧਰਮਾਂ ਤੋਂ ਬਚਾਓ ਰੱਖੇਗਾ, ਕੱਚੀ ਬਾਣੀ ਤੋਂ ਦੂਰ ਰਹੇਗਾ, ਆਪਣੀ ਸੁਰਤੀ ਨੂੰ ਬਾਹਰੀ ਸੰਸਾਰ ਦੀ ਕੱਚੀ ਵਿਦਿਆ ਦੇ ਪਿੱਛੇ ਨਹੀਂ ਲਾਵੇਗਾ। ਜਦੋਂ ਤੱਕ ਸੰਸਾਰ ਹੈ, ਮੇਰਾ ਖਾਲਸਾ ਇਸੇ ਰਾਹ 'ਤੇ ਚੱਲੇਗਾ। ਖਾਲਸਾ ਜੀ, ਵਕਤ ਦੀਆਂ ਬਾਦਸ਼ਾਹੀਆਂ ਤੇ ਹੁਕਮਰਾਨਾਂ ਦੇ ਜ਼ੁਲਮ ਤੋਂ ਡਰ ਕੇ ਇਹ ਰਾਹ ਨਹੀਂ ਛੱਡਣਾ। ਮਾਇਆ ਦੇ ਲਸ਼ਕਰਾਂ ਸਾਹਮਣੇ ਅਡੋਲ ਰਹਿਣਾ। ਸੰਸਾਰ ਦੀਆਂ ਦੌਲਤਾਂ ਭੋਗ ਵਿਲਾਸ ਵਿੱਚ ਨਹੀਂ ਭਰਮਣਾ, ਕਿਉਂਕਿ ਕੁਸੁੰਬੇ ਦਾ ਰੰਗ ਥੋੜ੍ਹੀ ਦੇਰ ਦਾ ਹੀ ਹੁੰਦਾ ਹੈ। ਮੇਰੇ ਪਿਆਰਿਓ, ਕਿਸੇ ਵੀ ਹਾਲਤ ਵਿੱਚ ਡੋਲਣਾ ਨਹੀਂ ਤੇ ਸੁਰਤ ਹੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ ਉਪਰੰਤ ਕਨਾਦ ਦੇ ਓਲ ਵਿੱਚ ਚਲੇ ਗਏ। ਪਤਾ ਨਹੀਂ ਕਨਾਦ ਦੇ ਓਲ ਵਿੱਚ ਕੀ ਵਾਪਰਿਆ, ਪਰੰਤੂ ਗੋਦਾਵਰੀ ਦੇ ਵਗਦੇ ਪਾਣੀ ਵਿੱਚ ਵਿਖਾਈ ਦਿੰਦੀ ਚੰਦ ਦੀ ਸਫੈਦ ਚਾਨਣੀ ਸੁਨਹਿਰੇ ਰੰਗ ਵਿੱਚ ਬਦਲ ਗਈ। ਕਹਿੰਦੇ ਹਨ ਦੂਜੇ ਦਿਨ ਜਦੋਂ ਗੁਰੂ ਪਿਆਰਿਆਂ ਨੇ ਅੰਗੀਠਾ ਫੋਲਿਆ ਤਾਂ ਰਾਖ ਦੇ ਢੇਰ ਵਿੱਚ ਗੁਰੂ ਸਾਹਿਬ ਦੀ ਨਿੱਕੀ ਕਿਰਪਾਨ ਤੋਂ ਸਿਵਾ ਕੁਝ ਨਹੀਂ ਮਿਲਿਆ। ਹਜ਼ੂਰ ਦਾ ਸਫੈਦ ਘੋੜਾ ਵੀ ਗਾਇਬ ਸੀ। ਸ਼ਾਇਦ ਗੁਰੂ ਨੇ ਉਸ ਨੂੰ ਵੀ ਕਿਸੇ ਅਗਲੇ ਲੰਮੇ ਸਫ਼ਰ ਤੇ ਭੇਜ ਦਿੱਤਾ ਸੀ। ਖਾਲਸਾ ਜੀ, ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਗੁਰੂ ਦੋਹਾਂ ਜਹਾਨਾਂ ਵਿੱਚ ਆਦ ਵਿੱਚ ਵੀ ਸੰਪੂਰਨ ਸੀ, ਮੱਧ ਵਿੱਚ ਵੀ ਸੰਪੂਰਨ ਸੀ ਤੇ ਅੰਤ ਵਿੱਚ ਵੀ ਸੰਪੂਰਨ ਹੀ ਹੈ। ਸ਼ਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ੁਰ ਹੈ। ਪਹਿਲੇ ਗੁਰੂ ਬਾਬਾ ਨਾਨਕ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਤਿੰਨਾਂ ਦੇ ਸ਼ਰੀਰਾਂ ਦਾ ਅੱਜ ਤੱਕ ਨਹੀਂ ਪਤਾ ਚੱਲਿਆ ਕਿ ਕਿਵੇਂ ਦ੍ਰਿਸ਼ਟ ਤੋਂ ਅਦ੍ਰਿਸ਼ਟ ਹੋਏ। ਗੁਰੂ ਗੋਬਿੰਦ ਸਿੰਘ ਜੀ ਦੇ ਅਦ੍ਰਿਸ਼ਟ ਹੋਣ ਤੋਂ ਬਾਅਦ 5 ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਹੀ ਰਹਿ ਗਏ ਸਨ। ਉਹ ਉਸ ਵੇਲੇ ਨਾਂਦੇੜ ਵਿੱਚ ਸਾਹਿਬੇ ਕਮਾਲ ਦੇ ਨਾਲ ਹੀ ਸਨ। ਕੁਝ ਮਹੀਨਿਆਂ ਤੋਂ ਉਹਨਾਂ ਨੇ ਕੁਝ ਅਜੀਬ ਜਿਹੀ ਚੁੱਪ ਧਾਰ ਰੱਖੀ ਸੀ। ਸ਼ਾਇਦ ਗੁਰੂ ਸਾਹਿਬ ਦੇ ਚਲੇ ਜਾਣ ਨੂੰ ਮਹਿਸੂਸ ਕਰ ਰਹੇ ਸਨ। ਸਾਰਾ ਸਮਾਂ ਗੁਰੂ ਸਾਹਿਬ ਨੂੰ ਨਿਹਾਰਦੇ ਰਹਿੰਦੇ ਤੇ ਸਿਮਰਨ ਵਿੱਚ ਲੱਗੇ ਰਹਿੰਦੇ। ਹੁਣ ਵੀ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਤੇ ਗੋਦਾਵਰੀ ਦੇ ਕੰਢੇ ਬੈਠ ਕੇ ਸਮਾਧੀ ਵਿੱਚ ਲੀਨ ਹੋ ਜਾਂਦੇ। ਉਹ ਕਿਸੇ ਨਾਲ ਕੁਝ ਨਾ ਬੋਲਦੇ, ਨਾ ਹੀ ਕੁਝ ਦੇਖਦੇ ਤੇ ਨਾ ਹੀ ਕੁਝ ਪੁੱਛਦੇ। ਗੁਰੂ ਸਾਹਿਬ ਦੇ ਅਦ੍ਰਿਸ਼ਟ ਹੋਣ ਤੋਂ 15 ਦਿਨ ਬਾਅਦ ਭਾਈ ਦਇਆ ਸਿੰਘ ਜੀ ਵੀ ਇਸ ਮਿੱਟੀ ਦੇ ਪਿੰਜਰ ਵਿੱਚੋਂ ਨਿਕਲ ਕੇ ਸਦੀਵੀ ਸੱਚ ਦੇ ਘਰ ਨੂੰ ਰਵਾਨਾ ਹੋ ਗਏ। ਬੁਲਬੁਲ ਦੇ ਖੰਭਾਂ 'ਚ ਕਦੇ ਵੀ ਕੈਦੀ ਬਾਜ ਨਹੀਂ ਰਹਿੰਦੇ, ਬੁਜ਼ਦਿਲਾਂ ਕਹਿਰਾਂ ਕੁਲ ਕਦੇ ਵੀ ਰਾਜ ਨਹੀਂ ਰਹਿੰਦੇ। ਬੁਲਬੁਲ ਦੇ ਖੰਭਾਂ 'ਚ ਕਦੇ ਵੀ ਕੈਦੀ ਬਾਜ ਨਹੀਂ ਰਹਿੰਦੇ, ਬੁਜ਼ਦਿਲਾਂ ਕਹਿਰਾਂ ਕੁਲ ਕਦੇ ਵੀ ਰਾਜ ਨਹੀਂ ਰਹਿੰਦੇ। ਸਿਰ ਝੁਕਾ ਕੇ ਚੱਲਣ ਦੀ ਜਿਸ ਕੌਮ ਨੂੰ ਹੋਵੇ ਆਦਤ, ਉਸ ਕੌਮ ਦੇ ਸਿਰ ਤੇ ਕਦੇ ਵੀ ਤਾਜ ਨਹੀਂ ਰਹਿੰਦੇ। ਦੁਨੀਆ ਵਾਲਿਓ ਐਵੇਂ ਨਾ ਭੁੱਲ ਜਾਇਓ, ਦੁਨੀਆ ਵਾਲਿਓ ਐਵੇਂ ਨਾ ਭੁੱਲ ਜਾਇਓ, ਦੁਨੀਆ ਵਾਲਿਓ ਐਵੇਂ ਨਾ ਭੁੱਲ ਜਾਇਓ, ਦੁਨੀਆ ਵਾਲਿਓ ਐਵੇਂ ਨਾ ਭੁੱਲ ਜਾਇਓ। ਬੜੇ ਮਹਿੰਗੇ ਭਾਮੜੀਆਂ ਸਰਦਾਰੀਆਂ ਨੇ, ਬੜੇ ਮਹਿੰਗੇ ਭਾਮੜੀਆਂ ਸਰਦਾਰੀਆਂ ਨੇ, ਬੜੇ ਮਹਿੰਗੇ ਭਾਮੜੀਆਂ ਸਰਦਾਰੀਆਂ ਨੇ। ਦੁੱਖ ਸੁੱਖ ਹੈ ਸਭ ਨੂੰ ਮਹਿਸੂਸ ਹੁੰਦਾ, ਇਹਨੂੰ ਹੁੰਦੀਆਂ ਨਾ ਜਾਣਾ ਪਿਆਰੀਆਂ ਨੇ। ਮੈਲ ਸਿੱਖੀ ਦਾ ਪੱਕਾ ਮਜ਼ਬੂਤ ਹੋਵੇ, ਮਜ਼ਬੂਤ ਹੋਵੇ, ਮਜ਼ਬੂਤ ਹੋਵੇ, ਮੈਲ ਸਿੱਖੀ ਦਾ ਪੱਕਾ ਮਜ਼ਬੂਤ ਹੋਵੇ। ਇਸੇ ਲਈ ਨੀਹਾਂ ਵਿੱਚ ਜਿੰਦਾ ਵਾਰੀਆਂ ਨੇ, ਇਸੇ ਲਈ ਨੀਹਾਂ ਵਿੱਚ ਜਿੰਦਾ ਵਾਰੀਆਂ ਨੇ, ਇਸੇ ਲਈ ਨੀਹਾਂ ਵਿੱਚ ਜਿੰਦਾ ਵਾਰੀਆਂ ਨੇ। ਕਾਦੇ ਆਪਣਾ ਪਛੋਕੜ ਨਾ ਭੁੱਲ ਜਾਇਓ,